तो हुण देखो ये तो शरेआम बयान दे रहे हैं भी जिहड़ा हैगा 2024 तक असीं जिहड़ा हैगा इहनूं हिंदू राष्ट्र घोषित कर दांगे। इन्हां आपां इतिहास 'च चले जाइए, हिंदू धर्म बहुत पुराना धर्म है पर अज तक उन्होंने कदे राज नहीं कहना। सवाल बड़ा खड़ा हो जाऊगा पर ये एक चीज़ होर है, ये ਜਿਹੜੀਆਂ ਚੀਜ਼ਾਂ ਨੇਗੀਆਂ मैं ਤੁਹਾਨੂੰ ਤਾਂ ਪੁੱਛ ਰਿਹਾ क्योंकि ਜਦੋਂ ਪਬਲਿਕ ਦੇ ਵਿੱਚ ਜਾਂਦੇ ਆ ਨਾ ਉਦੋਂ ਗੱਲਾਂ ਬਹੁਤ ਸਾਰੀਆਂ ਹੁੰਦੀਆਂ ਨੇ। ਕਈ ਲੋਕ ਸਾਡੇ ਪੱਤਰਕਾਰ ਵੀ ਸਵਾਲ ਨਹੀਂ ਪੁੱਛਦੇ, ਉਹ ਕਹਿੰਦੇ ਨੇ ਯਾਰ ਕਿਤੇ ਮੈਂ ਕਿਸਾਨ ਐਂ ਨਾ ਕਹਿਣ ਲੱਗ ਜਾਣ ਤੁਹਾਡੇ ਵਰਗੇ ਕਿ ਇਹਦਾ ਯਾਰ ਕਿਸਾਨ ਵਿਰੋਧੀ ਗੱਲਾਂ ਕਰੀ ਜਾਂਦਾ, ਕਿਉਂ ਕਰੀ ਜਾਂਦਾ। ਜਦੋਂ ਹੁਣ ਸਪੋਜ਼ ਕਰੋ ਕਿ ਸਾਡੇ ਉਰੇ ਸ਼ਹਿਰ 'ਚ ਕਿਤੇ 에ਅਰਲਾਈਨਸ ਦਾ ਬਹੁਤ ਵੱਡਾ ਪ੍ਰੋਜੈਕਟ ਲੱਗ ਰਿਹਾ, ਲੋਕ ਸਿਫਾਰਿਸ਼ਾਂ ਲੈ ਜਾਂਦੇ ਨੇ ਵੀ ਸਾਡੇ ਮੁੰਡੇ ਨੂੰ ਰੱਖ ਲਓ। ਜੀ ਜ਼ਮੀਨ ਨਾਲ ਕੀ ਫਰਕ ਪੈਂਦਾ, ਮੈਂ ਕਰ ਲਈਆਂ, ਮੈਂ ਤਾਂ ਲੱਖ ਬਣਾਵਾਂ, ਮੈਂ ਲੋਕਾਂ ਤੋਂ ਕੀ ਲੈਣਾ। ਇੱਦਾਂ ਹੀ ਮੇਰੇ ਨਾਲ ਦੇ ਕਿਸੇ ਹੋਰ ਬੰਦੇ ਦੀ ਸੋਚ ਆ ਜੂਗੀ। ਅਬਾਨੀ ਤੇ ਅਡਾਨੀ ਦਾ ਆਪਸ 'ਚ ਬਟਵਾਰਾ ਦੇਖੋ, ਅਡਾਨੀ ਅੱਜ ਤੱਕ ਕਦੇ ਆਈਟੀ ਲਾਈਨ ਦੇ ਵਿੱਚ ਐਂਟਰ ਕੀਤਾ ਉਹਨੇ, ਕਦੇ ਉਹਨੇ ਰਿਟੇਲ ਮਾਰਕੀਟ 'ਚ ਐਂਟਰ ਕੀਤਾ ਨਹੀਂ। ਅਮਨ ਜੀ ਇਹ ਨਾ ਸਾਡੀ ਕਮੀ ਹੈ, ਇਹਦੇ ਵਿੱਚ ਅੰਬਾਨੀ ਨਾਲੋਂ ਵੀ ਅਡਾਨੀ ਜ਼ਿਆਦਾ ਖਤਰਨਾਕ ਹੈ ਇਸ ਮਸਲੇ ਦੇ ਵਿੱਚ। ਤਰੀਕੇ 'ਚ ਗੱਲ ਇਹ ਹੈ ਕਿ ਜਦੋਂ ਅਡਾਨੀ ਨੂੰ ਹੁਣ ਨਾਰਾਜ਼ਗੀ ਤਾਂ ਕਿਸਾਨ ਜਤਾਈ ਜਾ ਰਿਹਾ ਹੈ, ਪਰ ਜਦੋਂ ਮੋਗੇ ਵਾਲਾ ਪਲਾਂਟ ਸ਼ੁਰੂ ਹੋਇਆ ਉੱਥੇ ਜਾ ਕੇ ਅਨਾਜ ਉਦੋਂ ਤਾਂ ਚਲੋ ਇਹ ਕਾਨੂੰਨਾਂ ਕਰਕੇ ਆ ਗਿਆ। ਜੇ ਉਹ ਇਹੋ ਜਿਹੇ ਪਲਾਂਟ ਹੋਰ 7 ਲਾ ਲੇ, ਹੋਰ 10 ਲਾ ਲੈਂਦਾ, ਕਾਨੂੰਨ ਨਾ ਬਣਾਉਂਦੇ, ਠੀਕ ਹੈ, ਫਿਰ ਵੀ ਕਿਸਾਨ ਤੱਕ ਖੁਸ਼ ਹੋ ਕੇ ਉੱਥੇ ਜਾ ਰਿਹਾ ਸੀਗਾ। ਕਿਸਾਨ ਉਦੋਂ ਕਿਸਾਨ ਨੂੰ ਵਧੀਆ ਲੱਗਿਆ। ਇਹ ਕੇਂਦਰ ਤੇ ਕਿਸਾਨ ਦੇ ਅੰਗੇਸਟ ਹੈ, ਪਰ ਉਹਨਾਂ ਨੇ ਪਰਾਲੀ ਸ਼ਬਦ ਇੱਕ ਜਗ੍ਹਾ ਤੇ ਵੀ ਨਹੀਂ। ਪਰਾਲੀ ਕਾਨੂੰਨ ਦੀ ਗੱਲ ਕਰੀਏ ਤਾਂ ਪਰਾਲੀ ਦੇ ਉੱਪਰ ਕਾਨੂੰਨ ਜ਼ਰੂਰ ਬਣੇ ਆ, ਪਰ ਕੀ ਅਸੀਂ ਉਹ ਸਮਝਿਆ ਵੀ ਕਿ ਉਹਦੇ ਵਿੱਚ ਹੈ ਕੀ ਹੈ। ਸਾਡੇ ਜੋ ਇੱਕ ਨਿਊਜ਼ ਚੱਲ ਪੈਂਦੀਆਂ ਨੇ ਇਸ ਕਾਨੂੰਨ ਨੂੰ ਨਾ ਪ੍ਰੋਪਰਲੀ ਕਿਸਾਨ ਵਰਸਸ ਕੇਂਦਰ ਇੱਕ ਸਾਬਿਤ ਕੀਤਾ ਜਾ ਰਿਹਾ, ਇੱਕ ਦਿਖਾਇਆ ਜਾ ਰਿਹਾ ਹੈ। ਕੇਂਦਰ ਨੇ ਪਰਾਲੀ ਨੂੰ ਲੈ ਕੇ ਕਹਿੰਦੇ ਕਾਨੂੰਨ ਬਣਾਤਾ, ਆਖਰ ਕਰੋ ਕਾਨੂੰਨ ਦੇ ਵਿੱਚ ਹੈਗਾ ਕੀ ਆ। ਦੂਜੇ ਪਾਸੇ ਜਦੋਂ ਕਾਰਪੋਰੇਟਾਂ ਦੀਆਂ ਗੱਲਾਂ ਤਾਂ ਹੋਈ ਜਾਂਦੀਆਂ ਨੇ, ਪਰ ਕਾਰਪੋਰੇਟਾਂ ਦੇ ਉੱਤੇ ਸਰਕਾਰਾਂ ਝੁੱਕ ਕਿਉਂ ਜਾਂਦੀਆਂ ਨੇ ਜਾਂ ਉਹਨਾਂ ਨੂੰ ਲੈ ਕੇ ਕਾਨੂੰਨ ਬਦਲ ਲਾਉਂਦੀਆਂ ਨੇ। ਕਈ ਤਰ੍ਹਾਂ ਦੇ ਸਵਾਲ ਨੇ ਤੇ ਦੂਜੇ ਪਾਸੇ ਸਵਾਲ ਹੁਣ ਐਜੀਟੇਸ਼ਨ ਨੂੰ ਲੈ ਕੇ ਵੀ ਆ। ਭਾਵੇਂ ਕੋਈ ਗੱਲ ਨਾ ਕਰੇ ਪਰ ਇਹ ਗੱਲ ਜ਼ਰੂਰ ਹੁੰਦੀ ਹੈ, ਕਿਉਂਕਿ ਜਦੋਂ ਐਜੀਟੇਸ਼ਨ ਲੰਬਾ ਚੱਲ ਜਾਂਦਾ ਤਾਂ ਉਹਦੇ ਲਾਭ ਹਾਨੀਆਂ, ਲੋਕਾਂ ਦੇ ਵਿੱਚ ਰੋਸ਼ ਹੈ ਜਾਂ ਨਹੀਂ ਹੈ, ਉਹ ਸਾਰੀਆਂ ਗੱਲਾਂ ਵੀ ਕਰਨੀਆਂ ਬਣਦੀਆਂ ਨੇ। ਇਸ ਲਈ ਗੱਲ ਕਰਾਂਗੇ ਅੱਜ ਕਿ ਆਖਰਕਾਰ ਇਹ ਚੀਜ਼ਾਂ ਨੂੰ ਲੈ ਕੇ ਕਿਸਾਨ ਖੁਦ ਅਵੇਅਰ ਹੈਗਾ, ਕਿਸਾਨ ਨੂੰ ਇਹ ਗੱਲ ਦਾ ਪਤਾ ਹੈ ਕਿ ਆਖਰਕਾਰ ਕੱਲ੍ਹ ਨੂੰ ਲੋਕ ਨਾ ਕਿਤੇ ਸਾਡੇ ਤੇ ਰੋਸ਼ ਕਰਨ। ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਗੱਲ ਕਰਾਂਗੇ। ਤੁਸੀਂ ਸਮਝਦੇ ਹੋ ਕਿ ਪਹਿਲਾਂ ਪ੍ਰਦੂਸ਼ਣ ਨੂੰ ਲੈ ਕੇ ਕਾਨੂੰਨ ਬਣਾਤਾ, ਸਿੱਧਾ ਹੁਣ ਪੰਜਾਬ ਵਾਲੇ ਤਾਂ ਕਹਿਣ ਲੱਗੇ, ਕਹਿੰਦੇ ਪਰਾਲੀ ਨੂੰ ਲੈ ਕੇ ਕਾਨੂੰਨ ਬਣਾਤਾ ਜੀ, ਕੇਂਦਰ ਵਰਸਸ ਪੰਜਾਬ ਦਾ ਕਿਸਾਨ ਦੁਬਾਰੇ ਫੇਰ ਹੋ ਗਿਆ, ਕਹਿੰਦੇ ਚੌਥਾ ਕਾਨੂੰਨ ਮੰਨ ਲਈ ਇਹਨੂੰ। ਪਹਿਲਾਂ ਤਾਂ ਆਖਰਕਾਰ ਕਿਸਾਨ ਸਮਝ ਗਿਆ ਕਿ ਆਖਰ ਉਹਦੇ 'ਚ ਹੈਗਾ ਕੀ ਆ। ਪਰਾਲੀ ਸ਼ਬਦ ਕਿਤੇ ਵਰਤਿਆ ਨਹੀਂ ਪਰ ਕਵਰ ਜ਼ਰੂਰ ਕਰਤਾ। ਮਨੀਸ਼ ਜੀ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਤੁਹਾਡੇ ਸਰੋਤਿਆਂ ਨੂੰ। ਤੇ ਇਹਦੇ 'ਚ ਨਾ ਜਿਹੜਾ ਸਾਡੀ ਇੱਕ ਕਮੀ ਰਹੀ ਹੈ ਸਾਡੇ ਆਮ ਲੋਕਾਂ ਦੀ, ਕਿ ਅਸੀਂ ਨਾ ਕਿਸੇ ਵੀ ਗੱਲ ਨੂੰ ਡਿਟੇਲ 'ਚ ਨਹੀਂ ਜਾਂਦੇ ਹੈਗੇ। ਹੁਣ ਜੇ ਆਪਾਂ ਪਰਾਲੀ ਕਾਨੂੰਨ ਦੀ ਗੱਲ ਕਰੀਏ ਤਾਂ ਪਰਾਲੀ ਦੇ ਉੱਪਰ ਕਾਨੂੰਨ ਜ਼ਰੂਰ ਬਣੇ ਆ, ਪਰ ਕੀ ਅਸੀਂ ਉਹ ਸਮਝਿਆ ਵੀ ਕਿ ਉਹਦੇ ਵਿੱਚ ਹੈ ਕੀ ਹੈ। ਸਾਡੇ ਜੋ ਇੱਕ ਨਿਊਜ਼ ਚੱਲ ਪੈਂਦੀਆਂ ਨੇ ਇਸ ਕਾਨੂੰਨ ਨੂੰ ਨਾ ਪ੍ਰੋਪਰਲੀ ਕਿਸਾਨ ਵਰਸਸ ਕੇਂਦਰ ਇੱਕ ਸਾਬਿਤ ਕੀਤਾ ਜਾ ਰਿਹਾ, ਇੱਕ ਦਿਖਾਇਆ ਜਾ ਰਿਹਾ ਕਿ ਇਹ ਕੇਂਦਰ ਤੇ ਕਿਸਾਨ ਦੇ ਅੰਗੇਸਟ ਹੈ, ਪਰ ਉਹਨਾਂ ਨੇ ਪਰਾਲੀ ਸ਼ਬਦ ਇੱਕ ਜਗ੍ਹਾ ਤੇ ਵੀ ਨਹੀਂ ਵਰਤਿਆ। ਹੁਣ ਜੇ ਆਪਾਂ ਇਸ ਕਾਨੂੰਨ ਦਾ ਅਸਲੀ ਜੇ ਇਹਨੂੰ ਆਪਾਂ ਸਮਝਣਾ ਹੋਵੇ ਤਾਂ ਇਹਨੂੰ ਮੇਰੇ ਖਿਆਲ ਦੇ ਵਿੱਚ ਪਰਾਲੀ ਨਾਲੋਂ ਦੇਖੋ ਇੱਕ ਐਂਟੀ ਹੈਗਾ, ਕਿਉਂਕਿ ਨਾ ਇੱਕ ਹੱਲ ਦੇਣ ਦੀ ਜਗ੍ਹਾ ਤੇ ਉਹਨਾਂ ਨੇ ਇੱਕ ਥੋਪਤਾ, ਇੱਕ ਆਪਾਂ ਨੂੰ ਇਹ ਕਰਤਾ ਵੀ ਹਾਂ ਜੇ ਤੁਸੀਂ ਇਹ ਕੰਮ ਕਰੋਗੇ ਤਾਂ ਤੁਹਾਡੇ ਤੇ ਇਹ ਸਜ਼ਾ ਕਰ ਦਾਂਗੇ, ਪਰ ਉਹਨਾਂ ਨੇ ਸਾਨੂੰ ਹੱਲ ਨਹੀਂ ਦਿੱਤਾ ਹੈਗਾ। ਕਿਉਂਕਿ ਦੇਖੋ ਕੋਈ ਵੀ ਕਿਸਾਨ ਹੈ ਪਰਾਲੀ ਜਾਲ ਕੇ ਕੋਈ ਖੁਸ਼ ਨਹੀਂ ਹੈਗਾ, ਪਰ ਜਦੋਂ ਇੱਕ 2 ਕਿੱਲੇ ਜਾਂ 4 ਕਿੱਲੇ ਵਾਲਾ ਕਿਸਾਨ ਹੈ, ਜਦੋਂ ਉਹਨੂੰ ਖਰਚਾ ਨਹੀਂ ਮਿਲੂਗਾ ਤਾਂ ਉਹਨੂੰ ਮਜਬੂਰੀ ਆ ਪਰਾਲੀ ਫੂਕਣੀ ਪਏਗੀ। ਪਰ ਇਹਨਾਂ ਨੇ ਕੀ ਕੀਤਾ, ਇਹਦੇ ਵਿੱਚ ਹੱਲ ਤਾਂ ਕੋਈ ਦਿੱਤਾ ਨਹੀਂ ਹੈਗਾ। ਦੂਜੀ ਗੱਲ ਇਹਦੇ ਵਿੱਚ ਜੇ ਆਪਾਂ ਕਾਨੂੰਨ ਦੇ ਵਿੱਚ ਸੋਚਿਆ ਜਾਵੇ ਤਾਂ ਇਹਦਾ ਇੱਕ ਜਿਹੜਾ ਮੇਨ ਮਕਸਦ ਹੈ ਉਹ ਹੈਗਾ ਇੱਕ ਸੂਬੇ ਦੇ ਹੱਕ ਖੋਣੇ। ਜੇ ਆਪਾਂ ਇਹਨੂੰ ਡੀਪਲੀ ਸਟੱਡੀ ਕਰੀਏ ਤਾਂ ਇਹਦੇ ਵਿੱਚ ਸਿਰਫ ਸੂਬੇ ਦੇ ਹੱਕ ਖੋਏ ਗਏ ਨੇ। ਸੂਬੇ ਦੇ ਹੱਕ ਕਿਉਂਕਿ ਇਹਨਾਂ ਨੇ ਜੋ ਪੰਜਾਬ ਇਹਨਾਂ ਨੇ ਕਾਨੂੰਨ ਬਣਾਤਾ ਕਿ ਜੋ ਵੀ ਇੱਕ ਕੇਂਦਰ ਵੱਲੋਂ ਕਮਿਸ਼ਨ ਨਿਯੁਕਤ ਹੋਊਗਾ, ਕਮਿਸ਼ਨ ਨਿਯੁਕਤ ਹੋ ਕੇ ਉਹ ਕਮਿਸ਼ਨ ਹੈ ਜਿਹੜਾ ਕਿਤੇ ਵੀ ਜਾ ਕੇ ਐਕਸ਼ਨ ਕਰ ਸਕਦਾ ਹੈ, ਤੇ ਜੋ ਉਹਦੀ ਸਟੇਟ ਦੀ ਸੂਬੇ ਦੀ ਕੋਈ ਵੀ ਕਮੇਟੀ ਆ ਕੋਈ ਪੋਲਿਊਸ਼ਨ ਦੇ ਰਿਗਾਰਡਿੰਗ ਹੈਗੀ ਆ ਉਹਦੇ ਉੱਪਰ ਕੋਈ ਵੀ ਜਿਹੜਾ ਹੈਗਾ ਇੰਟਰਫੇਅਰ ਨਹੀਂ ਕਰ ਸਕਦੇ। ਜੇ ਕੋਈ ਮੰਨ ਲਓ ਕਿਸੇ ਦੀ ਕੋਈ ਦਲੀਲ ਅਪੀਲ ਹੈ ਤਾਂ ਉਹਨੂੰ ਡਾਇਰੈਕਟ ਐਨਜੀਟੀ ਜਾਣਾ ਪਊਗਾ। ਸੋ ਇਹਦੇ ਵਿੱਚ ਅਲਟੀਮੇਟਲੀ ਜਿਹੜਾ ਹੈਗਾ ਇੱਕ ਸੂਬੇ ਦਾ ਅਧਿਕਾਰ ਖੋਇਆ ਗਿਆ, ਜੋ ਕਿ ਇੱਕ ਕੇਂਦਰ ਦੀ ਪਹਿਲਾਂ ਤੋਂ ਚੱਲਦੀ ਆ ਰਹੀ ਹੈ ਸਿਸਟਮ ਕਿ ਸੂਬਿਆਂ ਦੇ ਅਧਿਕਾਰ ਖੋਣੇ, ਉਹਦੇ ਵਿੱਚ ਹੈ। ਦੂਜੀ ਗੱਲ ਮੈਂ ਥੋੜ੍ਹੀ ਜਿਹੀ ਐਡ ਕਰਾਂ ਕਿ ਨਾ ਹਮੇਸ਼ਾ ਧੱਕਾ ਹੈ ਜਿਹੜਾ ਉਹ ਇੱਕ ਮੱਧ ਵਰਗੀ ਜਾਂ ਇੱਕ ਆਮ ਲੋਕਾਂ ਨਾਲ ਕੀਤਾ ਜਾਂਦਾ ਹੁੰਦਾ ਹੈ। ਇੱਕ ਮੈਂ ਥੋੜ੍ਹੀ ਜਿਹੀ ਤੁਹਾਨੂੰ ਘਟਨਾ ਦੱਸਦਾ, ਇੱਕ ਜਾਂ ਇੰਸੀਡੈਂਟ ਲਾਸਟ ਈਅਰ ਜਿਹੜਾ ਹੈਗਾ ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਵੱਲੋਂ ਇੱਕ ਮੋਨੀਟਰਿੰਗ ਕੀਤੀ ਗਈ ਸੀ ਪਾਵਰ ਪਲਾਂਟਸ ਦੀ, ਜਿਹੜੇ ਕਿ ਚੱਲ ਰਹੇ ਨੇ ਸਾਡੇ ਇੰਡੀਆ ਦੇ ਵਿੱਚ। ਤਾਂ ਮੋਨੀਟਰਿੰਗ ਕੀਤੀ ਗਈ ਤਾਂ ਉਹਦੇ ਵਿੱਚ 7 ਪਲਾਂਟਾਂ ਦੀ ਮੋਨੀਟਰਿੰਗ ਕੀਤੀ, ਉਹਦੇ ਵਿੱਚੋਂ 2 ਪਲਾਂਟਾਂ ਦੀ ਜਿਹੜੀ ਇੱਕ ਨਾਈਟ੍ਰੋਜਨ ਆਕਸਾਈਡ ਕਹਿ ਦਿੰਦੇ ਆਪਾਂ ਉਹਨੂੰ, ਉਹਦੀ ਜਿਹੜੀ ਇੱਕ ਲਿਮਟ ਹੁੰਦੀ ਹੈ, ਜੋ ਇੱਕ ਕੈਪ ਸੀਗੀ ਉਹ 300 mg/nm² ਸੀ, ਨੂਮੈਰਿਕ ਕਿਊਬਿਕ ਮੀਟਰ। ਬਟ ਉਹ ਜਦੋਂ ਕੀਤੀ ਗਈ ਤਾਂ 2 ਪਲਾਂਟ ਸੀਗੇ, ਤੁਹਾਨੂੰ ਸੁਣ ਕੇ ਹੈਰਾਨੀ ਹੋਊਗੀ, ਦੋਨੋਂ ਪਲਾਂਟ ਅਡਾਨੀ ਦੇ ਸੀ। ਵਾਧਾ ਨੇ ਜਿਨ੍ਹਾਂ ਦੀ ਵਾਧਾ ਹੀ ਹੈ, ਉਹਨਾਂ ਦੀ ਜਿਹੜੀ ਇੱਕ ਉਹਦੀ ਮਾਤਰਾ ਹੈ ਉਹ 400 ਦੇ ਕਰੀਬ ਆਈ।
ਤਾਂ ਜੇ ਆਪਾਂ ਦੇਖਿਆ ਜਾਵੇ ਉਹਦੇ ਤੇ ਕੇਂਦਰ ਵੱਲੋਂ ਬਣਦਾ ਤਾਂ ਐਕਸ਼ਨ ਲੈਣਾ ਸੀ, ਐਕਸ਼ਨ ਲੈਂਦੇ ਜਾਂ ਕੋਈ ਹੱਲ ਕਰਾਉਂਦੇ ਵੀ ਇਹਨੂੰ ਕੋਈ ਘਟਾਓ। ਹੱਲ ਕਰਾਉਂਦੇ। ਪਰ ਹੁਣ ਤੁਸੀਂ ਹੈਰਾਨ ਹੋਵੋਗੇ ਕੇਂਦਰ ਨੇ ਕੀ ਕੀਤਾ, ਉਹਦੇ ਵਿੱਚ ਸੋਧ ਕਰਤੀ, ਜਿਹੜੀ ਇੱਕ ਲਿਮਟ 300 ਸੀ ਉਹ ਵਧਾ ਕੇ 450 ਕਰਤੀ। ਕੀ ਕਹਿੰਦੇ ਵੀ ਆਪਾਂ ਨੋਰਮ ਹੀ ਵਧਾ ਦਿਓ, ਵੀ ਇੱਕ ਕਾਲਮ ਹੀ ਵਧਾ ਦਿਓ, ਵੀ ਇਹ ਇੰਨੀ ਹੋਣੀ ਚਾਹੀਦੀ ਹੈ ਜੀ। ਬਿਲਕੁਲ ਜੀ ਬਿਲਕੁਲ, ਇੱਕ ਸਿਰਫ ਕਾਰਪੋਰੇਟਰ ਜਾਂ ਇੱਕ ਅਡਾਨੀ ਨੂੰ ਫਾਇਦਾ ਦੇਣ ਦੇ ਲਈ ਉਹਦੀ ਲਿਮਟ ਵਧਾ ਕੇ 450 ਕਰਤੀ। 2 ਮਈ 2019 ਨੂੰ ਇਹ ਜਿਹੜੀ ਰਿਪੋਰਟ ਹੈ, ਮੋਨੀਟਰਿੰਗ ਰਿਪੋਰਟ ਹੈ, ਉਹ ਟੇਬਲ ਹੋਈ ਸੀ, ਔਨ ਰਿਕਾਰਡ ਹੈ, ਕੋਈ ਵੀ ਬੰਦਾ ਚੈੱਕ ਕਰ ਸਕਦਾ ਹੈ। ਪਰ ਜੇ ਦੂਜੇ ਪਾਸੇ ਕਿਸਾਨ ਹੈ, ਜਿਹੜਾ ਕਿਸਾਨ ਜੇ ਅੱਗ ਲਗਾਉਂਦਾ ਉਹਨੂੰ ਹੱਲ ਦੇਣ ਦੀ ਜਗ੍ਹਾ ਤੇ ਉਹਦੇ ਉੱਪਰ ਸਕੰਜਾ ਕਸਿਆ ਜਾਂਦਾ। ਇਹ ਡਿਫਰੈਂਸ ਹੈ। ਇੱਕ ਜੋ ਅੱਜ ਕਾਰਪੋਰੇਟਾਂ ਦਾ ਡਿਫਰੈਂਸ ਹੈ ਵੀ ਜਿਹੜੇ ਕਾਰਪੋਰੇਟਾਂ ਨੂੰ ਦੇਖ ਕੇ ਸਰਕਾਰ ਦੀ ਸੋਚ ਹੈ ਤੇ ਇੱਕ ਆਮ ਬੰਦੇ ਨੂੰ ਦੇਖ ਕੇ, ਆਮ ਬੰਦੇ ਹੀ ਕਹਿ ਲਈਏ ਕਿਸਾਨ ਵੀ ਚਲੋ ਥੋੜਾ ਬਹੁਤ ਆਪਦਾ ਧੰਦਾ ਕਰਦਾ ਹੈ। ਬਿਲਕੁਲ ਮੈਂ ਮਨੀਸ਼ ਜੀ, ਇਹਦੇ ਵਿੱਚ ਕੀ ਹੈ, ਇੱਕ ਆਮ ਜਿਵੇਂ ਪਹਿਲਾਂ ਮੈਂ ਗੱਲ ਕਰਕੇ ਹਟਿਆ ਕਿ ਆਮ ਲੋਕਾਂ ਨਾਲ ਹਮੇਸ਼ਾ ਧੱਕਾ ਕੀਤਾ ਜਾਂਦਾ ਕਿਉਂਕਿ ਕਾਰਪੋਰੇਟਰ ਨਾਲ ਇਹ ਇੱਕ ਸਾਡੇ ਨਾਲ ਭੇਦਭਾਵ ਹੋ ਗਿਆ। ਕਾਰਪੋਰੇਟਰ ਜੇ ਕੋਈ ਨੁਕਸਾਨ ਕਰ ਰਿਹਾ ਤਾਂ ਉਹਨੂੰ ਫਾਇਦੇ ਦਿੱਤੇ ਜਾ ਰਹੇ ਨੇ, ਉਹਦਾ ਨੁਕਸਾਨ ਵੀ ਆਪਾਂ ਕਵਰ ਕਰ ਰਹੇ ਹਾਂ। ਪਰ ਦੂਜੇ ਪਾਸੇ ਜੇ ਇੱਕ ਕਿਸਾਨ ਨੁਕਸਾਨ ਵੀ ਨਹੀਂ ਕਰ ਰਿਹਾ, ਉਹਦੀ ਇੱਕ ਮਜਬੂਰੀ ਹੈ, ਉਹਦੇ ਜਾਂ ਤਾਂ ਤੁਸੀਂ ਹੱਲ ਕੋਈ ਵੀ ਬੰਦਾ ਦੱਸ ਦੇਵੇ ਹਾਂ ਜੇ ਭਾਈ ਪਰਾਲੀ ਨਹੀਂ ਜਲਾਉਂਦੇ ਹੈਗੇ ਤਾਂ ਇਹਦਾ ਹੱਲ ਕੀ ਹੈ। 2 ਕਿੱਲੇ ਵਾਲਾ 4 ਕਿੱਲੇ ਵਾਲਾ ਬੰਦਾ 20 ਲੱਖ ਦੀ 25 ਲੱਖ ਦੀ ਮਸ਼ੀਨਰੀ ਕਿੱਥੋਂ ਲੈ ਲੂਗਾ? ਹੈ ਕੋਈ ਹੱਲ ਇਸ ਚੀਜ਼ ਦਾ? ਮਜਬੂਰੀ ਬਸ ਸਾਨੂੰ ਕਿ ਜਲਾਉਣਾ ਪੈਂਦਾ। ਪਰ ਸਾਨੂੰ ਉਹਨਾਂ ਨੇ ਹੱਲ ਦੇਣ ਦੀ ਜਗ੍ਹਾ ਦੇ ਉੱਪਰ ਸਾਡੇ ਉੱਪਰ ਜਿਹੜਾ ਹੈਗਾ ਇੱਕ ਕਾਨੂੰਨ ਥੋਪਤਾ। ਤਾਈਓ ਲੱਗਦਾ ਵੀ ਅੰਬਾਨੀ ਅਡਾਨੀਆਂ ਤੋਂ ਤਾਂ ਹੀ ਕਹਿੰਦੇ ਨੇ ਵੀ ਕਿਸਾਨ ਸਿੱਧਾ ਮੋਦੀ ਤੋਂ ਉਹਨਾਂ ਨਹੀਂ ਡਰ ਰਹੇ ਜਿੰਨਾ ਕਹਿੰਦੇ ਅੰਬਾਨੀ ਅਡਾਨੀ ਆ ਕੇ ਫੇਰ ਡਰ ਲੱਗੂ। ਕੀ ਕੱਲ ਨੂੰ ਅੰਬਾਨੀ ਅਡਾਨੀਆਂ ਨੇ ਜੋ ਚਾਹਿਆ ਸ਼ਾਇਦ ਸਰਕਾਰ ਨੂੰ ਉਹੀ ਨਾ ਕਰਨਾ ਪੈ ਜੇ। ਹਾਂ ਬਿਲਕੁਲ ਮਨੀਸ਼ ਜੀ, ਇਹਦੇ ਵਿੱਚ ਨਾ ਮੈਂ ਵੈਸੇ ਅੰਬਾਨੀ ਤੋਂ ਵੀ ਜੋ ਅੱਜ ਦਾ ਮੁੱਦਾ ਚੱਲ ਰਿਹਾ ਉਹਦੇ 'ਚ ਮੈਂ ਥੋੜਾ ਜਿਹਾ ਇੱਕ ਕਹਾਂ ਕਿ ਇਹਦੇ ਵਿੱਚ ਅੰਬਾਨੀ ਨਾਲੋਂ ਵੀ ਅਡਾਨੀ ਜ਼ਿਆਦਾ ਖਤਰਨਾਕ ਹੈ ਇਸ ਮਸਲੇ ਦੇ ਵਿੱਚ। ਇਹਨਾਂ ਦੋਨਾਂ 'ਚ ਵੀ ਦੇਖ ਲਈਏ ਵੀ ਕਿਹੜਾ ਅੰਬਾਨੀ ਖਤਰਨਾਕ ਹੈ ਜਾਂ ਅਡਾਨੀ। ਕਿ ਅਡਾਨੀ ਇਸ ਲਈ ਕਿ ਪਹਿਲਾਂ ਮੋਗੇ ਪਲਾਂਟ ਉਹਨੇ ਸ਼ੁਰੂ ਕਰ ਚੁੱਕਿਆ ਸੀ, ਉਹਦੀ ਸਕੀਮ ਪਹਿਲਾਂ ਹੀ ਸ਼ੁਰੂ ਹੋ ਗਈ ਸੀ। ਅਮਨ ਜੀ, ਜੇ ਨਾ ਇਹਨਾਂ ਦੀ ਆਪਾਂ ਨੂੰ ਹਿਸਟਰੀ ਦੇਖਣੀ ਪਊਗੀ ਉਹਦੇ ਲਈ। ਇੱਕ ਨਾ ਜਿਸ ਤਰ੍ਹਾਂ 2 ਭਾਈਆਂ ਦਾ ਬਟਵਾਰਾ ਹੁੰਦਾ ਹੈ, ਅੰਬਾਨੀ ਤੇ ਅਡਾਨੀ ਦਾ ਆਪਸ 'ਚ ਬਟਵਾਰਾ। ਦੇਖੋ ਅਡਾਨੀ ਅੱਜ ਤੱਕ ਕਦੇ ਆਈਟੀ ਲਾਈਨ ਦੇ ਵਿੱਚ ਐਂਟਰ ਕੀਤਾ ਉਹਨੇ? ਕਦੇ ਉਹਨੇ ਰਿਟੇਲ ਮਾਰਕੀਟ 'ਚ ਐਂਟਰ ਕੀਤਾ? ਨਹੀਂ ਕੀਤਾ। ਪਰ ਜਿਹੜਾ ਅੰਬਾਨੀ ਆ ਉਹਨੇ ਕਦੇ ਵੀ ਖੁਰਾਕ ਵਾਲੇ ਮਸਲੇ 'ਚ ਐਂਟਰ ਨਹੀਂ ਕੀਤਾ। ਖੁਰਾਕ ਦਾ ਜਿਹੜਾ ਮਸਲਾ ਹੈ ਉਹਦੇ ਵਿੱਚ ਜਿੰਨਾ ਵੀ, ਜੇ ਆਪਾਂ ਬਾਹਰਲੀਆਂ ਝਾਰਖੰਡ ਦਾ ਲਾ ਲਓ, ਉੱਥੇ ਦੇਖੋ ਸਭ ਤੋਂ ਪਹਿਲਾਂ ਅਡਾਨੀਆਂ ਨੇ ਕਬਜ਼ਾ ਕੀਤਾ। ਕਿੰਨੀਆਂ ਆਪਾਂ ਉੱਥੇ ਦੀਆਂ ਵੀਡੀਓਜ਼ ਦੇਖ ਰਹੇ ਹਾਂ। ਉਹਨਾਂ ਨੇ ਇੱਕ ਜ਼ਮੀਨ ਦੇ ਉੱਪਰ ਕਬਜ਼ਾ ਕਰਨ ਦੇ ਲਈ ਪਹਿਲਾਂ ਕਾਨੂੰਨ ਬਣਾਇਆ ਗਿਆ, ਕਾਨੂੰਨ ਬਣਾ ਕੇ ਫਿਰ ਲੋਕਾਂ ਨੂੰ ਕੁੱਟਿਆ ਗਿਆ, ਮਾਰਿਆ ਗਿਆ, ਉਸ ਤੋਂ ਬਾਅਦ ਉਹਦੇ ਉੱਪਰ ਕਬਜ਼ਾ ਕੀਤਾ ਗਿਆ। ਸੇਮ ਇਹ ਚੀਜ਼ ਸਾਡੇ ਨਾਲ ਹੋਣੀ ਸੀ। ਸੋ ਅਡਾਨੀਆਂ ਦਾ ਜਿਹੜਾ ਸਿਸਟਮ ਹੈ, ਇੱਕ ਨਾ ਪੂਰੀ ਖੁਰਾਕ ਨੂੰ, ਜੇ ਨਾ ਇੱਕ ਆਪਾਂ ਕੋਵਿਡ ਡੇਜ਼ ਦੀ ਇੱਕ ਆਪਾਂ ਥੋੜ੍ਹੀ ਜਿਹੀ, ਜਦੋਂ ਕੋਵਿਡ ਦਾ ਟਾਈਮ ਚੱਲ ਰਿਹਾ ਸੀ, ਆਪਾਂ ਸਿਸਟਮ ਦੇਖੀਏ ਤਾਂ ਤੁਸੀਂ ਦੇਖੋਗੇ ਉਸ ਟਾਈਮ ਨਾ ਕੁਝ 8-10 ਫੀਲਡ ਸੀ ਜਾਂ ਇੱਕ ਆਪਾਂ ਕਹਿ ਦਈਏ ਇੱਕ ਕੰਮ ਸੀਗੇ ਜਿਹੜੇ ਪ੍ਰੋਫਿਟ 'ਚ ਜਾ ਰਹੇ ਸੀਗੇ। IT ਸੀ, ਡਿਜੀਟਲ ਮਾਰਕੀਟਿੰਗ ਸੀ, ਠੀਕ ਹੈ ਜੀ। ਉਸ ਤੋਂ ਬਾਅਦ ਇਲੈਕਟ੍ਰਿਸਿਟੀ ਤਾਂ ਚਲੋ ਹੈਗੀ ਹੋਇਆ ਜੀ। ਉਸ ਤੋਂ ਬਾਅਦ ਆ ਗਿਆ ਜੀ ਮੈਡੀਕਲ ਸੀਗਾ, ਖੁਰਾਕ ਸੀ, ਜਿਹੜੇ ਕੀ ਪ੍ਰੋਫਿਟ 'ਚ ਜਾ ਰਹੇ ਸੀ। ਹੁਣ ਜੇ ਤੁਸੀਂ ਦੇਖੋਗੇ ਇੱਕ ਖੁਰਾਕ ਨੂੰ ਛੱਡ ਕੇ ਬਾਕੀ ਸਾਰੀਆਂ ਫੀਲਡਸ ਦੇ ਉੱਪਰ ਅੰਬਾਨੀ ਤੇ ਅਡਾਨੀ ਕਾਬਜ਼ ਨੇ। ਸੋ ਅੱਜ ਉਹਨਾਂ ਕੋਲ ਇੱਕ ਚੀਜ਼ ਰਹਿ ਗਈ ਸੀ ਉਹਨਾਂ ਤੋਂ ਬਾਹਰ, ਖੁਰਾਕ। ਹੁਣ ਉਹਨਾਂ ਨੇ ਇਹ ਰੱਖ ਲਿਆ ਵੀ ਆਪਾਂ ਖੁਰਾਕ ਵੀ ਆਪਣੇ ਕਬਜ਼ੇ 'ਚ ਕਰ ਲਈ। ਪਰ ਇੱਕ ਚੀਜ਼ ਹੋਰ ਇਹ 'ਚ ਸਮਝਣ ਵਾਲੀ ਗੱਲ ਹੈ ਕਿ ਠੀਕ ਹੈ ਆਪਾਂ ਹੋ ਹੱਲਾ ਮੱਚ ਜਾਂਦਾ ਨਾ ਜਿਵੇਂ ਚੀਜ਼ ਤੇ ਬਰੀਕੀਆਂ 'ਚ ਜੇ ਜਾਂਦੇ ਆ। ਬਰੀਕੀਆਂ 'ਚ ਗੱਲ ਇਹ ਹੈ ਕਿ ਜਦੋਂ ਅਡਾਨੀ ਨੂੰ ਹੁਣ ਨਾਰਾਜ਼ਗੀ ਤਾਂ ਕਿਸਾਨ ਜਤਾਈ ਜਾ ਰਿਹਾ ਹੈ, ਪਰ ਜਦੋਂ ਮੋਗੇ ਵਾਲਾ ਪਲਾਂਟ ਸ਼ੁਰੂ ਹੋਇਆ ਉੱਥੇ ਜਾ ਕੇ ਅਨਾਜ ਉਦੋਂ ਤਾਂ ਚਲੋ ਇਹ ਕਾਨੂੰਨਾਂ ਕਰਕੇ ਆ ਗਿਆ। ਜੇ ਉਹ ਇਹੋ ਜਿਹੇ ਪਲਾਂਟ ਹੋਰ 7 ਲਾ ਲੇ, ਹੋਰ 10 ਲਾ ਲੈਂਦਾ, ਕਾਨੂੰਨ ਨਾ ਬਣਾਉਂਦੇ, ਠੀਕ ਹੈ, ਫਿਰ ਵੀ ਕਿਸਾਨ ਤਾਂ ਖੁਸ਼ ਹੋ ਕੇ ਉੱਥੇ ਜਾ ਰਿਹਾ ਸੀਗਾ। ਕਿਸਾਨ ਨੂੰ ਵਧੀਆ ਲੱਗਿਆ ਉਹ। ਅਮਨ ਜੀ, ਇਹ ਨਾ ਸਾਡੀ ਕਮੀ ਹੈ। ਅਸੀਂ ਨਾ ਹਰ ਵਾਰੀ ਕੀ ਹੁੰਦਾ, ਇੱਕ ਨਾ ਛੋਟੇ ਲਾਲਚ ਪਿੱਛੇ ਅਸੀਂ ਵੱਡਾ ਨੁਕਸਾਨ ਕਰ ਲੈਂਦੇ ਹਾਂ। ਇਹ ਸਾਡੇ 'ਚ ਕਮੀ ਹੈ। ਇਸੇ ਕਰਕੇ ਜਿਹੜਾ ਇੱਕ ਮੰਨ ਲਓ ਹੁਣ ਜਿਹੜਾ ਇੱਕ ਆਮ ਆਵਾਮ ਨੂੰ ਅਸੀਂ ਅਵੇਅਰ ਕਰ ਰਹੇ ਹਾਂ, ਉਹਦਾ ਰੀਜ਼ਨ ਇਹੀ ਹੈ। ਆਮ ਲੋਕੀ ਕਈ ਨਾ ਸਵਾਲ ਚੱਕਦੇ ਨੇ ਵੀ ਯਾਰ ਲੋਕਾਂ ਨੂੰ ਤਾਂ ਪਤਾ ਲੱਗ ਗਿਆ, ਤੁਸੀਂ ਨਾ ਵੇਚੋ ਇਹਨਾਂ ਨੂੰ। ਪਰ ਸਾਡੇ ਲੋਕਾਂ 'ਚ ਕਮੀ ਹੈ। ਅਸੀਂ ਨਾ ਇੱਕ ਛੋਟੇ ਲਾਲਚ ਪਿੱਛੇ, ਜੇ ਥੋੜ੍ਹਾ ਜਿਹਾ ਇੱਕ ਪਿੱਛੇ ਦੀ ਗੱਲ ਕਰੀਏ, ਆਪਾਂ ਸਾਲ ਕੁ ਪਹਿਲਾਂ ਇੱਕ ਨਾ ਕਿਸਾਨਾਂ ਵੱਲੋਂ ਇੱਕ ਹੜਤਾਲ ਕੀਤੀ ਗਈ ਸੀ ਸਬਜ਼ੀਆਂ ਦੀ, ਦੁੱਧ ਦੀ, ਕਿ ਸ਼ਹਿਰਾਂ 'ਚ ਨਹੀਂ ਲੈ ਕੇ ਜਾਣਾ ਹੈਗਾ। ਪਰ ਸਾਡੇ ਭਰਾ ਸੀ ਜਿਹੜੇ ਕਿ ਕੱਚੇ ਰਸਤਿਆਂ 'ਚ ਨੂੰ ਜਾ ਕੇ ਸਬਜ਼ੀਆਂ ਵੀ ਵੇਚ ਕੇ ਆਉਂਦੇ ਸੀ। 50 ਵਾਲਾ ਦੁੱਧ 70 ਨੂੰ ਵੇਚਿਆ ਉਹਨਾਂ ਨੇ ਹਫ਼ਤੇ ਦੇ ਵਿੱਚ, 10 ਵਾਲੀ ਸਬਜ਼ੀ 25 ਨੂੰ ਵੇਚੀ। ਉਹਨਾਂ ਨੇ ਇੱਕ ਹਫ਼ਤੇ ਤਾਂ ਪੈਸੇ ਕਮਾ ਲਏ, ਕੋਈ 20,000 ਕਮਾ ਲਿਆ ਹੋਊ, ਕਿਸੇ ਨੇ 30,000 ਕਮਾ ਲਿਆ ਹੋਊਗਾ। ਪਰ ਅਲਟੀਮੇਟਲੀ ਜਿਹੜਾ ਇੱਕ ਉਹ ਮੂਵਮੈਂਟ ਬਣੀ ਸੀ ਜਾਂ ਇੱਕ ਹੜਤਾਲ ਚੱਲੀ ਸੀ, ਉਹਨੂੰ ਢਾਹ ਲੱਗੀ ਉਹਦੇ ਨਾਲ। ਕਿਉਂਕਿ ਜੇ ਉਹ 7 ਦਿਨ ਐਕਚੁਅਲ ਦੇ ਵਿੱਚ ਬੰਦ ਹੋ ਜਾਂਦਾ, ਚਾਹੇ ਦੁੱਧ ਡੋਲਣਾ ਪੈਂਦਾ, ਤਾਂ ਉਸ ਚੀਜ਼ ਦੇ ਵਿੱਚ ਵੀ ਅਸੀਂ ਕੁਛ ਨਾ ਕੁਛ ਹਾਸਲ ਕਰ ਲੈਂਦੇ। ਉਹੀ ਚੀਜ਼ ਹੁਣ ਹੈ। ਹੁਣ ਜੇ ਅੱਜ ਮੰਨ ਕੇ ਚਲੋ ਇੱਕ ਵਾਰੀ ਅਵੇਅਰ ਕਰਤਾ ਸੀ ਨੇ ਵੀ ਜੀ ਆਪਾਂ ਇਹਨਾਂ ਨੂੰ ਨਹੀਂ ਨਾ ਜ਼ਮੀਨਾਂ ਠੇਕੇ ਤੇ ਦੇਣੀਆਂ ਨੇ। ਪਰ ਮਨੀਸ਼ ਜੀ ਮੰਨ ਕੇ ਚਲੋ ਮੈਂ ਇੱਕ ਕਿਸਾਨ ਹਾਂ, ਜੇ ਅੱਜ ਮੈਂ ਜ਼ਮੀਨ ਠੇਕੇ ਤੇ ਦਿੰਦਾ, ਮੰਨ ਲਓ ਵੀ ਮੈਂ ਜ਼ਮੀਨ ਮੇਰਾ 50,000 ਠੇਕਾ ਹੈ, ਪਰ ਕੱਲ੍ਹ ਨੂੰ ਮੈਨੂੰ ਕਿਸੇ ਬੰਦੇ ਨੇ ਆ ਕੇ ਆਫਰ ਕਰਤਾ ਯਾਰ ਤੈਨੂੰ ਲੱਖ ਰੁਪਇਆ ਠੇਕਾ ਦਿੰਦਾ, ਮੈਂ ਕੀ ਸੋਚਣਾ ਵੀ ਯਾਰ ਚੱਲ ਮੇਰੀ ਜ਼ਮੀਨ ਨਾਲ ਕੀ ਫਰਕ ਪੈਂਦਾ, ਮੈਂ ਇਕੱਲਾ ਹੀ ਹਾਂ, ਮੈਂ ਤਾਂ ਲੱਖ ਬਣਾਵਾਂ, ਮੈਂ ਲੋਕਾਂ ਤੋਂ ਕੀ ਲੈਣਾ। ਇੱਦਾਂ ਹੀ ਮੇਰੇ ਨਾਲ ਦੇ ਕਿਸੇ ਹੋਰ ਬੰਦੇ ਦੀ ਸੋਚ ਆ ਜੂਗੀ। ਜਿਹੜਾ ਕੋਈ ਤੀਜਾ ਬੰਦਾ ਕੋਈ ਅੜੂਗਾ,
ਉਹ ਕਹੂਗਾ ਮੈਂ ਨਹੀਂ ਦੇਣੀ ਹੈਗੀ। ਇੱਕ ਮੰਨ ਲਓ ਕਲਸਟਰ ਬਣ ਰਿਹਾ ਜੇ ਕਿਸੇ ਏਰੀਆ ਦੇ ਵਿੱਚ, ਉਹਦੇ ਕੋਲ ਇਹਨਾਂ ਕੋਲ ਡੰਡਾ ਹੈਗਾ, ਪਾਵਰ ਹੈਗੀ ਹੈ, ਪੁਲਿਸ ਪ੍ਰਸ਼ਾਸਨ ਹੈਗਾ ਜੀ, ਐਡਮਿਨਿਸਟ੍ਰੇਸ਼ਨ ਹੈਗਾ, ਜਿੱਦਾਂ ਮਰਜ਼ੀ ਕਰਕੇ ਉਹਨੂੰ ਕੁੱਟ ਕੇ ਮਨਾ ਲੈਣਗੇ। ਜਿਹੜਾ ਪਿਆਰ ਨਾਲ ਮੰਨ ਗਿਆ ਪਿਆਰ ਨਾਲ ਮੰਨ ਜੂ, ਕੁਛ ਲਾਲਚ ਨੂੰ ਮੰਨਣਗੇ, ਕੁਛ ਪਿਆਰ ਨਾਲ ਮੰਨਣਗੇ, ਕੁਛ ਨੂੰ ਇਹ ਕੁੱਟ ਕੇ ਮਨਾ ਲੈਣਗੇ। ਚੀਜ਼ ਹੋਰ ਵੀ ਹੈ, ਜਦੋਂ ਹੁਣ ਜਿਹੜੇ ਮੁੰਡੇ ਕੁੜੀਆਂ ਪੜ੍ਹ ਲਿਖ ਰਹੇ ਨੇ, ਹਰੇਕ ਮੁੰਡੇ ਕੁੜੀ ਦਾ ਜਿਹੜਾ ਚੰਗਾ ਪੜ੍ਹ ਲਿਖ ਲੈਂਦਾ, ਚਾਹੇ ਘੱਟ ਪੜ੍ਹ ਲਿਖ ਲਵੇ, ਜਦੋਂ ਹੁਣ ਸਪੋਜ਼ ਕਰੋ ਕਿ ਸਾਡੇ ਉਰੇ ਸ਼ਹਿਰ 'ਚ ਕਿਤੇ 에ਅਰਲਾਈਨਸ ਦਾ ਬਹੁਤ ਵੱਡਾ ਪ੍ਰੋਜੈਕਟ ਲੱਗ ਰਿਹਾ, ਲੋਕ ਸਿਫਾਰਸ਼ਾਂ ਲੈ ਜਾਂਦੇ ਨੇ ਵੀ ਜੀ ਸਾਡੇ ਮੁੰਡੇ ਨੂੰ ਰੱਖ ਲਓ ਕਿਉਂਕਿ ਇਹ ਪੈਸੇ ਵੀ ਚੰਗੇ ਦੇਊਗਾ, ਕੰਪਨੀ ਸਿਸਟਮ ਹੋਊਗਾ, ਇਹਦਾ PF ਵੀ ਕੱਟ ਜੂਗਾ, ਆਮ ਕਰਕੇ ਪ੍ਰਾਈਵੇਟ ਕੰਪਨੀਆਂ ਕਰਦੀਆਂ ਨਹੀਂ। ਅਸੀਂ ਕਿਤੇ ਨਾ ਕਿਤੇ ਉਹਨਾਂ ਦੇ ਮਾਡਲ ਨੂੰ ਵਧੀਆ ਵੀ ਮੰਨਦੇ ਆ, ਫਿਰ ਇਸ ਮਾਡਲਾਂ ਤੇ ਕਿਉਂ ਲੱਗਦਾ ਵੀ ਕੀ ਸਿਰਫ ਇਸ ਕਰਕੇ ਕਿ ਸਾਡਾ ਇਹ ਪੂਰਾ ਕਿੱਤਾ ਹੀ ਨਾ ਤਬਾਹ ਹੋ ਜੇ? ਬਿਲਕੁਲ ਅਮਨ ਜੀ, ਇਹ ਨਾ ਇੱਕ ਸਾਡਾ ਪੰਜਾਬ ਆ ਜਿਹੜਾ ਇੱਕ ਕਿਸਾਨੀ ਨਾਲ ਜੁੜਿਆ ਹੋਇਆ। ਦੇਖੋ ਕੋਈ ਵੀ ਇੱਕ ਆਰਗੇਨਾਈਜੇਸ਼ਨ, ਆਪਾਂ ਬੇਰੁਜ਼ਗਾਰੀ ਇੰਨੀ ਹੈ, ਜੇ ਸਾਨੂੰ ਕਿਤੇ ਨਾ ਕੋਈ ਕੰਮ ਦਿਖਦਾ ਜਾਂ ਕਿਤੇ ਆਪਾਂ ਨੂੰ ਲੱਗਦਾ ਯਾਰ ਉੱਥੇ ਕੋਈ ਨਾ ਕੋਈ ਸਾਡੀ ਜੌਬ ਲੱਗ ਸਕਦੀ ਹੈ ਤਾਂ ਅਸੀਂ ਭੱਜ ਕੇ ਜਾਂਦੇ ਹਾਂ ਉੱਥੇ। ਪਰ ਇਹ ਜਿਹੜਾ ਸਾਡਾ ਪੰਜਾਬ ਹੈ ਕਿਸਾਨੀ ਨਾਲ ਜੁੜਿਆ ਹੋਇਆ ਪੰਜਾਬ ਹੈ। ਸਾਡੀ ਚਾਹੇ ਕੋਈ ਬੰਦਾ ਜੌਬ ਕਰਦਾ, ਚਾਹੇ ਕੋਈ ਬੰਦਾ ਬਿਜ਼ਨਸ ਕਰਦਾ, ਪਰ ਅਲਟੀਮੇਟਲੀ ਹਰ ਇੱਕ ਬੰਦਾ ਜਿਹੜਾ ਹੈਗਾ ਉਹ ਕਿਸਾਨੀ ਨਾਲ ਜ਼ਰੂਰ ਜੁੜਿਆ ਹੋਇਆ। ਉਹਦੇ ਇੱਕ ਦੁਕਾਨਦਾਰ ਅੱਜ ਕੱਲ੍ਹ ਆਮ ਛੋਟੇ ਸ਼ਹਿਰਾਂ ਦੀ ਗੱਲ ਕਰ ਲਈ, ਉਹ ਦੁਕਾਨਦਾਰ ਵੀ ਕਿਸਾਨੀ ਨਾਲ ਜੁੜਿਆ ਹੋਇਆ। ਕਿਉਂ? ਉਹਦੇ ਕੋਲ ਜਿਹੜਾ ਕਸਟਮਰ ਹੈ ਉਹ 90% ਕਿਸਾਨੀ ਵਾਲਾ। ਪਰ ਜੇਕਰ ਇਹਨਾਂ ਨੇ ਆ ਕੇ ਕਬਜ਼ਾ ਕਰ ਲਿਆ, ਕਿਉਂਕਿ ਦੇਖੋ ਇਹਦਾ ਵਿੱਚ ਇੱਕ ਮੈਂ ਹੋਰ ਥੋੜੀ ਜਿਹੀ ਗੱਲ ਐਡ ਕਰਨੀ ਚਾਹੁੰਦਾ, ਪਹਿਲੇ 5-4 ਸਾਲ ਤਾਂ ਪੈਸਾ ਮਿਲੂਗਾ ਖੁੱਲਾ। ਹੁਣ ਇੱਕ ਮੰਨ ਕੇ ਚਲੋ 5 ਕਿੱਲੇ ਵਾਲਾ ਕਿਸਾਨ ਹੈ, ਉਹਦੇ ਨਾਲ ਉਹਨਾਂ ਨੇ 15 ਸਾਲ ਦਾ ਕੰਟਰੈਕਟ ਕਰਨਾ ਹੈ। 5 ਕਿੱਲੇ ਵਾਲਿਆਂ ਨੂੰ ਲੱਖ ਰੁਪਏ ਦੇ ਹਿਸਾਬ ਦੇ ਵਿੱਚ ਮੰਨ ਲਓ ਅੱਜ ਉਹਦਾ ਬਣ ਗਿਆ 40 ਲੱਖ ਜਾਂ 50 ਲੱਖ ਬਣ ਗਿਆ, ਉਹਨੂੰ ਕਹਿਣਾ ਤੂੰ 50 ਲੱਖ ਇਕੱਠਾ ਚੱਕ, 15 ਸਾਲ ਸਾਡੇ ਵੱਲ ਦੇਖੀ ਨਾ। ਅੱਜ ਤਾਂ ਬੰਦੇ ਨੇ ਲੈ ਲਿਆ ਖੁਸ਼ ਹੋ ਕੇ। ਹੁਣ ਸਾਡੀ ਇੱਕ ਮੱਤ ਐਸੀ ਹੈ, ਸਾਡੀ ਅਨਪੜ੍ਹਤਾ ਐਸੀ ਹੈ, ਅਸੀਂ ਇਹ ਨਹੀਂ ਸੋਚਣਾ ਵੀ ਇਹ 50 ਲੱਖ ਨਾਲ ਅਸੀਂ 15 ਸਾਲ ਕੱਢਣੇ ਨੇ। ਅਸੀਂ ਪਹਿਲਾਂ ਤਾਂ ਜਿਹੜਾ ਕਰਜ਼ਾ ਉਹ ਲਾ ਕੇ ਉਹ ਤੋਂ ਬਾਅਦ ਅਸੀਂ ਫਿਰ ਗੱਡੀ ਲੈਣੀ ਹੈ ਵਧੀਆ ਜੀ, ਕੋਠੀ ਵੀ ਪਾਉਣੀ ਹੈ। ਕੋਠੀ ਪਾ ਕੇ ਸਾਡੇ ਉਹ ਪੈਸੇ ਨੇ ਜਿਹੜੇ ਸਾਲ ਜਾਂ 2 ਸਾਲ 'ਚ ਖਤਮ ਹੋ ਜਾਣਗੇ। ਜਿੱਦੇ ਸਾਡੇ ਪੈਸੇ ਖਤਮ ਹੋ ਗਏ ਉਹ ਤੋਂ ਬਾਅਦ ਦੇ ਵਿੱਚ ਅਸੀਂ ਜਾਂ ਤਾਂ ਡੱਬਾ ਚੱਕ ਕੇ ਅਗਲੇ ਦੇ ਖੇਤ 'ਚ ਜਾਵਾਂਗੇ ਜਾਂ ਅਸੀਂ ਕਿਤੇ ਹੋਰ ਕੰਮ ਲੱਭਾਂਗੇ। ਕਿਉਂਕਿ ਦੇਖੋ ਇਹਦੇ 'ਚ ਇੱਕ ਬਹੁਤ ਵੱਡਾ BJP ਤੇ ਵੀ ਸਵਾਲ ਹੈ। ਉਹਨਾਂ ਨੇ ਮੰਨ ਲਓ ਇਹ ਮਾਡਲ ਤਾਂ ਲੈ ਆਂਦਾ, ਪਰ ਸਾਡੇ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ 17.5 ਕਰੋੜ ਪਰਿਵਾਰ ਨੇ ਜਿਹੜੇ ਕਿ ਖੇਤੀ ਨਾਲ ਜੁੜੇ ਹੋਏ ਨੇ। ਇੱਕ ਪਰਿਵਾਰ 'ਚ 4 ਮੈਂਬਰ ਲਾ ਲਓ, 70 ਕਰੋੜ ਹੋ ਗਏ। ਹੁਣ ਜੇਕਰ ਉਹ ਕਾਰਪੋਰੇਟ ਦੇ ਅੰਡਰ ਕਰ ਦਿੰਦੇ ਨੇ ਸਾਰੇ ਸਿਸਟਮ ਨੂੰ, ਤਾਂ ਇੱਕ ਜਿਹੜਾ ਕਾਰਪੋਰੇਟ ਜਗਤ ਉਹ ਜ਼ਿਆਦਾਤਰ ਮਸ਼ੀਨਰੀ ਤੇ ਭਰੋਸਾ ਕਰਦਾ ਹੈ। ਜਿੱਥੇ 100 ਸਿਸਟਮ ਲਿਆਉਣਗੇ, ਮਸ਼ੀਨਾਂ ਲਿਆਉਣਗੇ ਵੱਡੀਆਂ, ਉਹਨਾਂ ਦਾ 2 ਬੰਦੇ ਕੰਮ ਕਰਦੇ ਨੇ, ਤਾਂ ਉਹ ਜਦੋਂ ਇੱਕ ਉਹਨਾਂ ਨੇ ਮਸ਼ੀਨਰੀ ਕਰਨ ਵਾਲਾ ਕੰਮ ਕਰਨਾ, ਫਿਰ ਉਹ 70 ਕਰੋੜ ਬੰਦੇ ਨੂੰ ਅਡਜਸਟ ਕਿੱਥੇ ਕਰਨਗੇ? ਬੇਰੁਜ਼ਗਾਰੀ ਨਹੀਂ ਫੈਲੇਗੀ। ਉਹਨੂੰ ਸਵਾਲ ਵੱਡਾ ਖੜਾ ਹੋ ਜਾਊਗਾ। ਪਰ ਇਹਦੇ ਨਾਲ ਇੱਕ ਚੀਜ਼ ਹੋਰ ਹੈ, ਇਹ ਜਿਹੜੀਆਂ ਚੀਜ਼ਾਂ ਨੇਗੀਆਂ ਮੈਂ ਤੁਹਾਨੂੰ ਤਾਂ ਪੁੱਛ ਰਿਹਾ ਕਿਉਂਕਿ ਜਦੋਂ ਪਬਲਿਕ ਦੇ ਵਿੱਚ ਜਾਂਦੇ ਆ ਨਾ, ਉਦੋਂ ਗੱਲਾਂ ਬਹੁਤ ਸਾਰੀਆਂ ਹੁੰਦੀਆਂ ਨੇ। ਕਈ ਲੋਕ ਸਾਡੇ ਪੱਤਰਕਾਰ ਵੀ ਸਵਾਲ ਨਹੀਂ ਪੁੱਛਦੇ, ਉਹ ਕਹਿੰਦੇ ਨੇ ਯਾਰ ਕਿਤੇ ਮੈਂ ਕਿਸਾਨ ਇਹ ਨਾ ਕਹਿਣ ਲੱਗ ਜਾਣ ਤੁਹਾਡੇ ਵਰਗੇ ਕਿ ਇਹ ਤਾਂ ਯਾਰ ਕਿਸਾਨ ਵਿਰੋਧੀ ਗੱਲਾਂ ਕਰੀ ਜਾਂਦਾ, ਕਿਉਂ ਕਰੀ ਜਾਂਦਾ ਇਹ? ਪਰ ਉਹ ਗੱਲਾਂ ਕਰਨੀਆਂ ਜ਼ਰੂਰੀ ਹੁੰਦੀਆਂ ਨੇ ਕਿ ਜਦੋਂ ਤੱਕ ਤੁਹਾਡੇ ਤੱਕ ਸਹੀ ਮੈਸੇਜ ਨਹੀਂ ਜਾਊਗਾ ਤੁਸੀਂ ਉਸ ਨੂੰ ਲੈ ਕੇ ਪੂਰੀ ਪਲੈਨਿੰਗ ਨਹੀਂ ਕਰਨੀ। ਹੁਣ ਸੰਘਰਸ਼ ਚੱਲ ਪਿਆ ਲੰਬਾ, ਹੁਣ ਕਈ ਲੋਕ ਵਿੱਚੋਂ ਇਹ ਕਹਿੰਦੇ ਯਾਰ ਇਹਨਾਂ ਦਾ ਕੀ ਪਤਾ ਹੈ ਕਿੰਨਾ ਚਿਰ ਨਹੀਂ ਉੱਠਣਗੇ ਅੱਗੇ। ਚਾਹੇ ਜਿਵੇਂ ਉਗਰਾਹਾਂ ਹੋਰਾਂ ਨੇ ਕਹਿਤਾ ਵੀ ਅਸੀਂ ਨਿੱਜੀ ਥਰਮਲ ਪਲਾਂਟਾਂ ਦੀ ਲਾਈਨ ਤੋਂ ਨਹੀਂ ਉੱਠਦੇ, ਚਲੋ ਸੈਂਟਰ ਬਹਾਨਾ ਲੈ ਗਿਆ ਉਸ ਚੀਜ਼ ਦਾ। ਪਰ ਇਸ ਚੀਜ਼ ਨੂੰ ਤੁਸੀਂ ਤੁਹਾਡੇ ਧਿਆਨ 'ਚ ਹੈਗੀ ਹੈ ਇਹ ਚੀਜ਼ ਵੀ ਐਜੀਟੇਸ਼ਨ ਲੰਬਾ ਚੱਲੀ ਜਾਂਦਾ, ਕਿਤੇ ਲੋਕ ਸਾਥ ਨਾ ਛੱਡ ਜਾਣ। ਕਿਉਂਕਿ ਜੇ ਲੋਕ ਸਾਥ ਛੱਡ ਗਏ, ਸ਼ਹਿਰ ਨੇ ਜਾਂ ਆਮ ਲੋਕ ਨੇ ਜਿਹੜੇ ਕਿਤੇ ਨਾਲ ਨਹੀਂ ਜੁੜੇ ਹੋਏ, ਖੈਰ ਉਹਨਾਂ ਨੂੰ ਨਹੀਂ ਵੀ ਪਤਾ ਫਾਇਦੇ ਨੁਕਸਾਨ, ਤਾਂ ਉਹ ਖਤਰਾ ਧਿਆਨ 'ਚ ਹੈਗਾ ਵੀ ਉਹਨੂੰ ਲੈ ਕੇ ਅਸੀਂ ਫਿਰ ਕਿਵੇਂ ਚੱਲਣਾ। ਮਨੀਸ਼ ਜੀ ਬਿਲਕੁਲ, ਜਿਹੜਾ ਦੇਖੋ ਇੱਕ ਨਾ ਆਪਣਾ ਕੀ ਹੁੰਦਾ, ਆਪਾਂ ਅੱਜ ਛੋਟੇ ਲਾਲਚ ਪਿੱਛੇ ਪੈ ਸਕਦੇ ਹਾਂ। ਮੰਨ ਲਓ ਐਜੀਟੇਸ਼ਨ ਚੱਲ ਰਹੀ ਹੈ, ਦੇਖੋ ਇੱਕ ਨਾ ਜਿੱਦਾਂ ਦਾ ਸੈਂਟਰ ਦੇ ਵਿੱਚ ਡਿਕਟੇਟਰ ਬੈਠਾ ਹੈ, ਉਹਨੂੰ ਕੋਈ ਮਤਲਬ ਨਹੀਂ ਕਿਸੇ ਤੱਕ। ਉਹਨੂੰ ਉਹਦੇ ਦੇਖੋ ਇੱਕ ਗੱਲ ਹੋਰ ਕਹਾਂ ਮੈਂ, ਮੋਦੀ ਜਿਹੜਾ ਕੰਮ ਕਰ ਰਿਹਾ ਨਾ, ਉਹ ਮੇਰੇ ਖਿਆਲ ਦੇ ਵਿੱਚ ਉਹ ਆਪਣੇ ਜਿਹੜੇ ਉਹਦੇ ਆਕਾ ਨੇ ਜਿਨ੍ਹਾਂ ਨੇ ਉਹਨੂੰ ਬਣਾਇਆ, ਉਹ ਉਹਨਾਂ ਦੇ ਹੱਕ 'ਚ ਭੁਗਤ ਰਿਹਾ। ਪਰ ਕੀ ਅਸੀਂ ਆਪਣੇ ਕਿੱਤੇ ਨਾਲ, ਆਪਣੇ ਪੰਜਾਬ ਨਾਲ ਆਪ ਇਨਸਾਫ ਕਰ ਰਹੇ ਹਾਂ? ਅਸੀਂ ਆਪਣੇ ਪੰਜਾਬ ਦੇ ਹੱਕ 'ਚ ਭੁਗਤ ਰਹੇ ਹਾਂ। ਇੱਕ ਛੋਟੇ ਮੁਨਾਫਾ ਨਾ ਦੇਖੀਏ। ਦੇਖੋ ਜੇ ਅੱਜ ਅਸੀਂ ਛੋਟਾ ਮੁਨਾਫਾ ਦੇਖ ਲਾਂਗੇ, ਅੱਜ ਸਾਡੇ ਕੋਲ DAP ਦੀ ਸ਼ਾਰਟੇਜ ਆ ਜੂਗੀ। ਦੇਖੋ DAP ਦੀ ਸ਼ਾਰਟੇਜ ਹੈ ਜਿਹੜੀ, ਇਹ ਨਾ ਇੱਕ ਵਪਾਰੀ ਵਰਗ ਹੁੰਦਾ ਨਾ ਜਿਹੜਾ ਮੋਨੋਪਲੀ ਹੁੰਦੀ ਹੈ, ਉਹ ਚੀਜ਼ਾਂ ਵੀ ਸਾਨੂੰ ਸਮਝਣੀਆਂ ਪੈਣੀਆਂ ਨੇ। ਚਾਹੇ ਮੰਨ ਕੇ ਚਲੋ, ਦੇਖੋ ਜਿਹੜੀ ਨਾ ਇੱਕ ਸਟੋਰੇਜ ਹੈ ਉਹ ਬੜਾ ਸਮਾਂ ਪਹਿਲਾਂ ਸ਼ੁਰੂ ਹੋ ਜਾਂਦੀ ਹੈ, 5-7 ਮਹੀਨੇ ਪਹਿਲਾਂ ਸਟੋਰੇਜ ਹੋਣੀ ਸ਼ੁਰੂ ਹੋ ਜਾਂਦੀ ਹੈ। ਸੋ ਇਸ ਵਾਰ ਦੀ ਸਟੋਰੇਜ ਚਾਹੇ ਪੂਰੀ ਆ, ਪਰ ਵਪਾਰੀ ਵਰਗ ਕੀ ਕਰਦਾ ਹੁੰਦਾ, ਉਹਨੂੰ ਇੱਕ ਅਫਵਾਰਡ ਆਉਂਦਾ ਹੁੰਦਾ ਜੀ ਸ਼ਾਰਟੇਜ ਆ ਗਈ, ਕਰਨਾ ਕੀ ਹੁੰਦਾ ਉਹਨੇ ਬਲੈਕ ਕਰਨੀ ਹੁੰਦੀ ਹੈ। ਹੁਣ ਜੇ ਅੱਜ ਦੀ ਗੱਲ ਕਰੋ ਤਾਂ ਅੱਜ DAP ਦੀ ਖਾਦ ਹੈ ਜਿਹੜੀ 50 ਰੁਪਏ ਬਲੈਕ ਤੇ ਮਿਲ ਰਹੀ ਹੈ। ਅਗਲੇ ਹੋਰ 2-4 ਦਿਨਾਂ ਦੇ ਵਿੱਚ ਜਿਹੜੀ ਹੈਗੀ ਹੈ 100-200 ਰੁਪਏ ਤੱਕ ਬਲੈਕ ਜਾਣੀ ਹੈ। ਸਟੋਰ ਚਾਹੇ ਉਹਨਾਂ ਦਾ 6 ਮਹੀਨੇ ਪਹਿਲਾਂ ਦਾ ਕੀਤਾ ਹੋਇਆ, ਪਰ ਉਹਨਾਂ ਨੇ ਸ਼ੋਅ ਕਰਨਾ ਸਾਡੇ ਕੋਲ ਸਟਾਕ ਨਹੀਂ ਹੈਗਾ, ਗੱਡੀਆਂ ਨਹੀਂ ਆ ਰਹੀਆਂ, ਬਹਾਨਾ ਵੀ ਆਉਂਦਾ ਇਸ ਵਾਰ, ਗੱਡੀਆਂ ਨਹੀਂ ਆ ਰਹੀਆਂ। ਉਹਦੇ ਨਾਲ ਉਹਨਾਂ ਨੇ ਕੀ ਕਰਨਾ, ਬਲੈਕ ਕਰਕੇ ਜਿਹੜਾ ਹੈਗਾ ਪ੍ਰੋਫਿਟ ਕੱਢਣਾ। ਹੁਣ ਐਦਾਂ ਦੀਆਂ ਚੀਜ਼ਾਂ ਸਾਨੂੰ ਸਮਝਣੀਆਂ ਪੈਣੀਆਂ ਨੇ। ਹੁਣ ਮੰਨ ਕੇ ਚਲੋ ਅੱਜ ਅਸੀਂ DAP ਦਾ ਲਾਲਚ ਕਰ ਲਾਂਗੇ, ਅੱਜ ਅਸੀਂ ਮੰਨ ਲਓ ਡੀਜ਼ਲ ਪੈਟਰੋਲ ਦਾ ਲਾਲਚ ਕਰ ਲਾਂਗੇ, ਪੰਪ ਬੰਦ ਨੇ। ਪਰ ਜਿੰਨਾ ਕੁ ਮੈਂ ਆਪਣੀ ਦੇਖੋ ਜਿੰਨੀ ਕੁ ਸਮਝ ਆ ਉਹਦੇ ਮੁਤਾਬਕ ਸੋਚਾਂ, ਜੇ ਅੱਜ ਆਪਾਂ ਇਹ ਲਾਲਚਾਂ ਦੇ ਪਿੱਛੇ ਪੈ ਗਏ,
ਜਾਂ ਇਸ ਹੈਜ਼ਿਟੇਸ਼ਨ ਤੋਂ ਆਪਾਂ ਕਿਨਾਰਾ ਕਰਨ ਲੱਗੇ ਜਾਂ ਇਹਦੇ ਤੋਂ ਸਾਨੂੰ ਇਹ ਲੱਗਿਆ ਵੀ ਯਾਰ ਅੱਕ ਗਏ, ਤਾਂ ਮੇਰੇ ਖਿਆਲ ਦੇ ਵਿੱਚ ਅਗਲੇ ਫਿਊਚਰ ਦੇ ਵਿੱਚ ਨਾ ਤਾਂ ਸਾਨੂੰ ਕੋਈ ਲੜਾਈ ਲੜਨ ਦੀ ਲੋੜ ਪਏਗੀ, ਨਾ ਅਸੀਂ ਖਤਮ ਹੋ ਜਾਾਂਗੇ, ਆਪ ਹੀ ਖਤਮ ਹੋ ਜਾਾਂਗੇ। ਇੱਕ ਗੱਲ ਬੜੀ ਸਮਝਣ ਵਾਲੀ ਹੈ, ਜਿਹੜਾ ਇਹ ਮਸਲਾ ਹੈ ਇਹਨੂੰ ਕੱਲਾ ਐਮਐਸਪੀ ਜਾਂ ਖੇਤੀ ਨਾਲ ਨਾ ਜੋੜਿਆ ਜਾਵੇ। ਇਹ ਮਸਲਾ ਪੰਜਾਬ ਦੀ ਹੋਂਦ ਖਤਮ ਕਰਨ ਦਾ ਮਸਲਾ ਹੈ, ਕਿਉਂਕਿ ਇੱਕ ਪੰਜਾਬੀ ਜਾਂ ਪੰਜਾਬ ਐਸੀ ਸਟੇਟ ਆ ਜਾਂ ਪੰਜਾਬੀ ਐਸੀ ਕੌਮ ਹੈ ਜਿਹੜੀ ਕਿ ਕੇਂਦਰ ਦੇ ਸਾਹਮਣੇ ਸਿਰ ਚੱਕਦੀ ਹੈ। ਸਿਰ ਕਿਉਂ ਚੱਕਦੀ ਹੈ? ਅੱਜ ਅਸੀਂ ਕਿਸੇ ਲੈਵਲ ਤੱਕ ਆਰਥਿਕ ਪੱਖੋਂ ਸਟਰੋਂਗ ਹੈ। ਜੇ ਇੱਕ ਸਰਕਾਰ ਚਾਹੇ ਟੁੱਟੀ ਹੋਈ ਆ, ਪਰ ਸਾਡੇ ਕੋਲ ਫਿਰ ਵੀ ਅਸੀਂ ਆਪਣੇ ਲੈਵਲ ਦੇ ਉੱਪਰ, ਅੱਜ ਮੈਂ ਇੱਥੇ ਆਇਆ, ਜੇ ਮੇਰੇ ਕੋਲ ਮੇਰੇ ਘਰੇ ਕੰਮ ਚੱਲ ਰਿਹਾ ਮੈਂ ਤਾਂ ਆਇਆ, ਜੇ ਮੇਰੇ ਘਰੇ ਖਾਣ ਦੇ ਲਾਲੇ ਪਏ ਹੋਏ ਨੇ ਮੈਂ ਕਿੱਥੇ ਜਾਊਂਗਾ? ਸੋ ਉਹਨਾਂ ਨੇ ਇੱਕ ਪੰਜਾਬ ਦਾ ਸਿਰ ਨੱਪਣ ਵਾਸਤੇ, ਕਿਉਂਕਿ ਨਾ ਅੱਗੇ ਏਜੰਡੇ ਬਹੁਤ ਨੇ ਇਹਨਾਂ ਦੇ। ਜੇ ਮੈਂ ਬੀਜੇਪੀ ਦੀ ਜੇ ਅਸਲੀ ਗੇਮ ਸਮਝਣੀ ਹੈ ਨਾ, ਤਾਂ ਸਾਨੂੰ ਉਹਦੇ ਲਈ ਵੀ ਪਿੱਛੇ ਜਾਣਾ ਪਊਗਾ। ਹਿੰਦੂ ਧਰਮ ਸਭ ਤੋਂ ਪੁਰਾਣਾ ਧਰਮ ਹੈ, ਆਰਐਸਐਸ ਹੈ, ਦੇਖੋ ਧਰਮ ਸਾਰੇ ਸਤਿਕਾਰਤ ਨੇ, ਹੈ ਨਾ, ਸਾਰੇ ਹਿੰਦੂ ਵੀ ਸਾਡੇ ਭਰਾ ਨੇ, ਸਿੱਖ, ਈਸਾਈ, ਮੁਸਲਿਮ, ਕਿਉਂਕਿ ਗੁਰੂ ਗ੍ਰੰਥ ਸਾਹਿਬ ਨੇ ਇੱਕ ਜਿਹੜੀ ਸਾਨੂੰ ਵਿਚਾਰਧਾਰਾ ਜਾਂ ਫਲਸਫਾ ਦਿੱਤਾ ਹੈ, ਜਾਤ ਜਾਂ ਧਰਮ ਤਾਂ ਸਾਡੇ ਲਈ ਤਾਂ ਹੈ ਨਹੀਂ, ਸਾਰਾ ਕੁਝ ਇਨਸਾਨੀਅਤ ਹੈ। ਪਰ ਇੱਕ ਜਿਹੜੇ ਕੁਝ ਲੋਕ ਹੁੰਦੇ ਨੇ, ਦੇਖੋ ਉਹ ਹਰ ਧਰਮ 'ਚ ਹੁੰਦੇ ਨੇ, ਜਿੱਦਾਂ ਆਰਐਸਐਸ ਦੇ ਏਜੰਡੇ ਚੱਲਦੇ ਨੇ, ਕੁਝ ਸਿੱਖ 'ਚ ਵੀ ਹੋ ਸਕਦੇ ਨੇ, ਕੁਝ ਮੁਸਲਿਮ 'ਚ ਵੀ ਹੋ ਸਕਦੇ ਨੇ, ਤਾਂ ਉਹਨਾਂ ਦਾ ਏਜੰਡਾ ਕੀ ਹੈ? ਜਿਹਨਾਂ ਆਪਾਂ ਇਤਿਹਾਸ 'ਚ ਚਲੇ ਜਾਈਏ, ਹਿੰਦੂ ਧਰਮ ਬਹੁਤ ਪੁਰਾਣਾ ਧਰਮ ਹੈ, ਪਰ ਅੱਜ ਤੱਕ ਉਹਨਾਂ ਨੇ ਕਦੇ ਰਾਜ ਨਹੀਂ ਕਾਇਮ ਕੀਤਾ। ਹਿੰਦੂ ਰਾਜ ਬਣਾਉਣਾ ਚਾਹੁੰਦੇ ਨੇ ਫਿਰ। ਰੋਮਨ ਅੰਪਾਇਰ ਨੇ ਰਾਜ ਕਾਇਮ ਕਰ ਲਿਆ, ਇਸਲਾਮ ਨੇ ਕਰ ਲਿਆ, ਬੁੱਧਿਜ਼ਮ ਨੇ ਕਰ ਲਿਆ, ਸਿੱਖੀਜ਼ਮ ਨੇ ਕਰ ਲਿਆ, ਕ੍ਰਿਸਚਨ ਨੇ ਕਰ ਲਿਆ, ਕਿੰਨੇ ਹੀ ਆਪਾਂ ਗੱਲ ਕਰੀਏ, ਲਿਸਟ ਲੰਬੀ ਹੈ, ਪਰ ਅੱਜ ਤੱਕ ਹਿੰਦੂ ਧਰਮ ਆਪਣਾ ਰਾਜ ਨਹੀਂ ਕਾਇਮ ਕਰ ਸਕਿਆ। ਸੋ ਉਹਨਾਂ ਦਾ ਜੋ ਇਸ ਟਾਈਮ ਏਜੰਡਾ, ਜੇ ਇਹਨਾਂ ਨੂੰ ਸਭ ਤੋਂ ਵੱਡੀ ਢਾਹ ਕਦੋਂ ਲੱਗੀ, ਮੈਂ ਉਹ ਵੀ ਹੁਣ ਤੁਹਾਨੂੰ ਥੋੜੀ ਦੱਸ ਦਿੰਦਾ। ਨੇਪਾਲ ਇੱਕ ਐਸਾ ਕੰਟਰੀ ਸੀ ਜਿਹੜਾ ਆਪਣੇ ਆਪ ਨੂੰ ਹਿੰਦੂ ਕੰਟਰੀ ਕਹਿੰਦਾ ਸੀ, ਪਰ 1994 ਦੇ ਵਿੱਚ ਜਦੋਂ ਨੇਪਾਲ ਦੇ ਹਾਊਸ ਨੇ, ਲੋਕ ਸਭਾ ਦੇ ਪਾਰਲੀਮੈਂਟਰੀ ਹਾਊਸ ਨੇ ਅਨਾਉਂਸ ਕੀਤਾ ਆਪਣੇ ਆਪ ਨੂੰ ਸੈਕੂਲਰ ਕੰਟਰੀ, ਤਾਂ ਉਦੋਂ ਇਹਨਾਂ ਨੂੰ ਸਭ ਤੋਂ ਵੱਡੀ ਢਾਹ ਲੱਗੀ। ਉਸ ਤੋਂ ਬਾਅਦ ਜਿਹੜੀਆਂ ਇਹਨਾਂ ਦੀਆਂ ਗਤੀਵਿਧੀਆਂ ਸੀ ਹੋਰ ਜ਼ਿਆਦਾ ਤੇਜ਼ ਹੋ ਗਈਆਂ। ਸੋ ਹੁਣ ਦੇਖੋ, ਇਹ ਤਾਂ ਸ਼ਰੇਆਮ ਬਿਆਨ ਦੇ ਰਹੇ ਨੇ ਵੀ ਜਿਹੜਾ ਹੈਗਾ 2024 ਤੱਕ ਅਸੀਂ ਜਿਹੜਾ ਹੈਗਾ ਇਹਨੂੰ ਹਿੰਦੂ ਰਾਸ਼ਟਰ ਘੋਸ਼ਿਤ ਕਰ ਦਾਂਗੇ। ਸੋ ਅਲਟੀਮੇਟਲੀ ਇਹ ਗੱਲ ਕਹਿਣ ਦਾ ਮਤਲਬ ਇਹ ਹੈ ਵੀ ਇਹਨਾਂ ਦਾ ਮਕਸਦ ਕੀ ਹੈ? ਦੇਖੋ, ਇੱਕ ਦੇਸ਼ ਇੱਕ ਭਾਸ਼ਾ ਵਾਲਾ ਵੀ ਆਉਣੇ ਵਾਲਾ ਹੀ ਹੈ, ਛੇਤੀ ਆ ਜਾਏਗਾ। ਉਸ ਤੋਂ ਬਾਅਦ ਇੱਕ ਦੇਸ਼ ਇੱਕ ਧਰਮ, ਇਹਨਾਂ ਦਾ ਏਜੰਡਾ ਉਹ ਹੈ। ਪਰ ਇਹਨਾਂ ਨੂੰ ਪਤਾ ਵੀ ਪੰਜਾਬ ਹੈ ਜਿਹੜਾ ਉਹ ਦੇਖੋ ਸਿਰ ਚੱਕੇਗਾ, ਉਹ ਇਸ ਚੀਜ਼ ਦੇ ਖਿਲਾਫ ਲੜੇਗਾ, ਕਿਉਂਕਿ ਪੁਰਾਣਾ ਫਲਸਫਾ ਹੀ ਇਹ ਹੈ। ਗੁਰੂ ਸਾਹਿਬ ਵੀ ਲੜਦੇ ਆਏ ਨੇ, ਜਾਬਰਾਂ ਦੇ ਖਿਲਾਫ ਲੜੇ ਨੇ, ਕਿ ਪੰਜਾਬ ਹੈ ਜਿਹੜਾ ਉਹ ਲੜੇਗਾ, ਉਹਨੂੰ ਪਹਿਲਾਂ ਹੀ ਆਪਾਂ ਉਹਦੀ ਸੰਗੀ ਨੱਪ ਦਿਓ, ਉਹਨੂੰ ਪਹਿਲਾਂ ਹੀ ਆਪਾਂ ਦੱਬ ਦਿਓ। ਬਿਲਕੁਲ ਜੀ, ਬਿਲਕੁਲ ਕਿਹਾ ਜਾ ਸਕਦਾ ਕਿ ਕੋਸ਼ਿਸ਼ਾਂ ਦੂਰ ਦੀਆਂ ਨੇ। ਤਾਂ ਲੋਕਾਂ ਨੂੰ ਇਹ ਗੱਲ ਸਮਝਣੀ ਹੋਊ ਕਿ ਕਿਸਾਨਾਂ ਦੇ ਤੁਸੀਂ ਪ੍ਰੋਟੈਸਟ ਤੋਂ, ਪ੍ਰਦਰਸ਼ਨਾਂ ਤੋਂ ਅੱਕੋ ਨਾ, ਥੱਕੋ ਨਾ ਤੇ ਨਿਰਾਸ਼ ਨਾ ਹੋ, ਕਿਉਂਕਿ ਬਹੁਤ ਸਾਰੇ ਲੋਕ ਅਸੀਂ ਬੇਸ਼ੱਕ ਖੁੱਲ੍ਹ ਕੇ ਨਹੀਂ ਬੋਲਦੇ ਪਰ ਗੱਲਾਂ ਜ਼ਰੂਰ ਕਰਦੇ ਨੇ। ਪਰ ਉਹ ਸਮਝਣਾ ਜ਼ਰੂਰੀ ਹੈ, ਇਹ ਪੁੱਛਣਾ ਵੀ ਜ਼ਰੂਰੀ ਸੀ, ਸਮਝਣਾ ਵੀ ਜ਼ਰੂਰੀ ਸੀ ਕਿ ਆਖਰਕਾਰ ਸਾਡੀ ਹੋਂਦ ਬਚਾਉਣੀ ਹੈ, ਜੇ ਕਿਸਾਨੀ ਪੰਜਾਬ ਦੀ ਬਚਾਉਣੀ ਹੈ, ਤਾਂ ਉਹਦੇ ਵਾਸਤੇ ਭੀੜਾਂ ਸੀੜਾਂ ਤਾਂ ਚੱਲਣੀਆਂ ਪੈਣੀਆਂ। ਠੀਕ ਉਹੀ ਸਮਾਂ ਕਿਤੇ ਨਾ ਕਿਤੇ ਦੇਖਿਆ ਜਾ ਸਕਦਾ ਕਿ ਜਦੋਂ ਅਸੀਂ ਔਖਾਂ ਝੱਲ ਕੇ ਦੇਸ਼ ਆਜ਼ਾਦ ਕਰਾਇਆ ਸੀ, ਤਾਂ ਅੱਜ ਇੱਕ ਉਹੀ ਚੀਜ਼ ਹੈ ਕਿ ਕਿਸਾਨੀ ਬਚਾਉਣ ਵਾਸਤੇ ਲੋਕਾਂ ਨੂੰ ਮੁਸ਼ਕਲਾਂ ਵੀ ਸਹਿਣੀਆਂ ਹੋਣਗੀਆਂ, ਪੀੜਾਂ ਵੀ ਸਹਿਣੀਆਂ ਹੋਣਗੀਆਂ। ਬੇਸ਼ੱਕ ਥੋੜਾ ਲੰਬਾ ਜ਼ਰੂਰ ਚੱਲ ਜੇ, ਪਰ ਭਵਿੱਖ ਬਚਾਉਣਾ ਹੈ ਤਾਂ ਅੱਜ ਦੇ ਸਮੇਂ ਦੇ ਵਿੱਚ ਇਹ ਮੁਸ਼ਕਲਾਂ ਦਾ ਸਾਹਮਣਾ ਤੁਹਾਨੂੰ ਕਰਨਾ ਪਊਗਾ। ਇਹ ਚੀਜ਼ ਨੂੰ ਧਿਆਨ 'ਚ ਰੱਖਣਾ ਚਾਹੀਦਾ ਹੈ। ਵੀਡੀਓ ਜਰਨਲਿਸਟ ਕਮਲ ਦੇ ਨਾਲ ਸਮੀਤ ਸਿੰਘ ਜੋਸ਼ੀ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ।